ਬੱਕਰੀ ਫਾਰਮਿੰਗ ਦੇ ਵਿੱਚ ਹੋਣ ਵਾਲੀਆਂ ਮੇਨ 5 ਐਸੀਆਂ ਗਲਤੀਆਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਨਵੇਂ ਫਾਰਮਰ ਅਕਸਰ ਘਾਟਾ ਖਾ ਕੇ ਆਪਣਾ ਫਾਰਮ ਬੰਦ ਕਰ ਦਿੰਦੇ ਨੇ। ਔਰ ਦੂਸਰੀ ਤਰਫ ਪੁਰਾਣੇ ਫਾਰਮਰਾਂ ਕੋਲ ਕਿਹੜੀ ਐਸੀ ਗਿੱਦੜ ਸਿੰਗੀ ਹੈ ਕਿ ਉਹਨਾਂ ਦੇ ਫਾਰਮ ਦਿਨ ਬ ਦਿਨ ਗਰੋ ਕਰ ਰਹੇ ਨੇ, ਜਾਨਵਰ ਵੱਧ ਰਹੇ ਨੇ ਔਰ ਮੁਨਾਫਾ ਵੀ ਕਮਾ ਰਹੇ ਨੇ। ਅਗਰ ਤੇ ਬੱਕਰੀ ਫਾਰਮਿੰਗ ਦਾ ਸ਼ੌਕ ਰੱਖਦੇ ਹੋ ਤੇ ਵੀਰੋ ਇਹ ਵੀਡੀਓ ਤੁਹਾਡੇ ਵਾਸਤੇ। ਵੀਡੀਓ ਨੂੰ ਐਂਡ ਤੱਕ ਵੇਖੋ ਔਰ ਫਿਰ ਖਿਆਲ ਕਰੋ ਕਿ ਤੁਸੀਂ ਬੱਕਰੀ ਫਾਰਮਿੰਗ ਕਰਨੀ ਹੈ ਕਿ ਨਹੀਂ ਕਰਨੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਵੀਰੋ ਤੇ ਭਰਾਓ, ਸੋਹਣੇ ਤੋਂ ਚੈਨਲ ਬੁੱਢਿਓ ਤੇ ਜਵਾਨੋ, ਵੈਲਕਮ ਕਰਨੇ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਪੈਸ਼ਨ ਹੀ ਪ੍ਰੋਫੈਸ਼ਨ। ਵੀਰੋ ਬੱਕਰੀ ਫਾਰਮਿੰਗ ਇਹਦੇ 'ਚ ਕੋਈ ਸ਼ੱਕ ਨਹੀਂ, ਇੱਕ ਬੜਾ ਮੁਨਾਫੇ ਵਾਲਾ ਔਰ ਅੱਛਾ ਕਾਰੋਬਾਰ ਹੈ ਜਿਹਦੇ 'ਚ ਗਰੋ ਬੜੀ ਜਲਦੀ ਹੁੰਦੀ ਹੈ। ਲੇਕਿਨ ਇਹਦੇ ਨਾਲ ਨਾਲ ਇਹ ਵੇਖਣ 'ਚ ਵੀ ਹੈ ਕਿ ਐਡਾ ਈਜ਼ੀ ਔਰ ਐਡਾ ਸੌਖਾ ਕਾਰੋਬਾਰ ਵੀ ਨਹੀਂ ਹੈ। ਇਹਦੇ 'ਚ ਬੜੀਆਂ ਸਾਰੀਆਂ ਟੈਕਨੀਕਲ ਪ੍ਰੋਬਲਮਸ ਵੀ ਨੇ ਜਿਨ੍ਹਾਂ ਦੇ ਬਾਰੇ 'ਚ ਅਕਸਰ ਸਾਡੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਔਰ ਨਵੇਂ ਫਾਰਮਰ ਜਜ਼ਬਾਤੀ ਹੋ ਕੇ ਬੜੀਆਂ ਸਾਰੀਆਂ ਇੰਨੀਆਂ ਗਲਤੀਆਂ ਕਰ ਜਾਂਦੇ ਨੇ ਕਿ ਜਿਨ੍ਹਾਂ ਤੋਂ ਉਹਨਾਂ ਨੂੰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਚੁੱਕਣਾ ਪੈਂਦਾ ਹੈ। ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਵਿੱਚ ਤੇ ਗਲਤੀ ਹੁੰਦੀ ਏ ਜਿਹੜੀ ਉਹ ਕੀ ਏ ਕਿ ਨਾ ਤਜਰਬਾ ਲੈਣਾ, ਟ੍ਰੇਨਿੰਗ ਨਾ ਲੈਣਾ। ਅਕਸਰ ਭਰਾ ਕੀ ਕਰਦੇ ਨੇ, ਨੈਟ ਤੇ ਵੀਡੀਓ ਦੇਖ ਕੇ ਜਨਾਬ ਜਨੂਨ ਚੜਿਆ, ਲੱਖਾਂ ਦਾ ਕਾਰੋਬਾਰ ਮੁਨਾਫੇ ਕਮਾਉਣ ਦਾ ਜਨਾਬ ਸ਼ੌਕ ਚੜਿਆ, ਫਟਾਫਟ ਕੇ ਜਾ ਕੇ ਬੱਕਰੀਆਂ ਖਰੀਦ ਲਿਆਂਦੀਆਂ ਔਰ ਟ੍ਰੇਨਿੰਗ ਦੀ ਵਾਰੀ ਆਈ ਤੇ ਆਖਿਆ ਜਾਂਦਾ ਹੈ ਜਿੰਨਾ ਵੀ ਇਹਦੀ ਕਾਹਦੀ ਟ੍ਰੇਨਿੰਗ ਏ, ਬੱਕਰੀਆਂ ਲੈ ਆਓ, ਲਿਆ ਕੇ ਪੱਠੇ ਪਾਈ ਜਾਓ ਤੇ ਬਸ ਠੀਕ ਹੈ, ਅੱਲਾ ਅੱਲਾ ਤੇ ਹੈਰੀ ਗੱਲਾਂ। ਹਾਲਾਂਕਿ ਇੰਜਾ ਬਿਲਕੁਲ ਵੀ ਨਹੀਂ ਜੇ ਹੈ ਵੀਰੋ। ਇਹਦੇ ਵਿੱਚ ਪ੍ਰੋਪਰ ਟ੍ਰੇਨਿੰਗ ਦੀ ਹਰ ਸੂਰਤ ਜ਼ਰੂਰਤ ਹੁੰਦੀ, ਕਿਉਂਕਿ ਇੱਕ ਨਵਾਂ ਬੰਦਾ ਜਿਹੜਾ ਉਹਨੂੰ ਕੀ ਪਤਾ ਹੈ ਕਿ ਬੱਕਰੀ ਨੂੰ ਕਿਸ ਟਾਈਮ ਕਿਸ ਚੀਜ਼ ਦੀ ਜ਼ਰੂਰਤ ਹੈ। ਯਾਰ ਵੇਖੋ ਗੱਲ ਹੈ ਕਿ ਬੇਸ਼ੱਕ ਬੱਕਰੀ ਜਾਨਵਰ ਹੈ, ਲੇਕਿਨ ਜਾਨਵਰ ਹੋਣ ਦੇ ਨਾਲ ਇੱਕ ਜਾਨਦਾਰ ਵੀ ਹੈ। ਜਿਸ ਤਰ੍ਹਾਂ ਅਸੀਂ ਇਨਸਾਨ ਆ, ਸਾਡੇ 'ਚ ਜਾਨ ਹੈ, ਸਾਨੂੰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ, ਬਿਮਾਰ ਵੀ ਹੁੰਦੇ ਆ, ਦਰਦ ਵੀ ਹੁੰਦਾ। ਬਿਲਕੁਲ ਐਸੇ ਤਰ੍ਹਾਂ ਬੱਕਰੀ ਵੀ ਜਾਨਦਾਰ ਹੈ, ਉਹਨੂੰ ਵੀ ਇਹ ਸਾਰਾ ਕੁਝ ਹੁੰਦਾ ਹੈ। ਫਰਕ ਸਿਰਫ ਇੰਨਾ ਵੇ ਕਿ ਅਸੀਂ ਇਨਸਾਨ ਆ, ਸਾਨੂੰ ਅੱਲਾ ਨੇ ਜ਼ੁਬਾਨ ਵੀ ਦਿੱਤੀ ਹੈ, ਅਸੀਂ ਕਰ ਸਕਦੇ ਹਾਂ, ਦੱਸ ਵੀ ਸਕਦੇ ਹਾਂ, ਹੱਲ ਵੀ ਕਰ ਸਕਦੇ ਹਾਂ। ਲੇਕਿਨ ਉਹ ਜਾਨਵਰ ਹੈ, ਉਹ ਸਾਡੇ ਉੱਤੇ ਡਿਪੈਂਡ ਹੈ, ਉਹਦਾ ਜੋ ਕਰਨਾ ਹੈ ਹਾਂ ਕਰਨਾ। ਔਰ ਨਵਾਂ ਬੰਦਾ ਜਿਹਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ, ਉਹ ਕਿਸ ਤਰ੍ਹਾਂ ਇਹਨਾਂ ਦਾ ਹੱਲ ਕਰੇਗਾ। ਇਸ ਲਈ ਜਦੋਂ ਵੀ ਤੁਸੀਂ ਕੋਈ ਵੀ ਇੰਜ ਦਾ ਬੱਕਰੀ ਫਾਰਮਿੰਗ ਦਾ ਸ਼ੌਕ ਕਰਨਾ ਹੈ ਤੇ ਸਭ ਤੋਂ ਪਹਿਲੇ ਜ਼ਰੂਰੀ ਹੈ ਕਿ ਤੁਸੀਂ ਬੱਕਰੀਆਂ ਲਿਆਉਣ ਤੋਂ ਪਹਿਲਾਂ ਕਿਸੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਕੋਈ ਤੁਹਾਡੇ ਕੋਲ ਪੁਰਾਣਾ ਫਾਰਮਰ ਚੱਲ ਰਿਹਾ ਆਲਰੇਡੀ, ਉਹਦੇ ਕੋਲ ਜਾਓ, ਉਹਦੇ ਕੋਲ ਜਾ ਕੇ ਹਫ਼ਤਾ 10 ਦਿਨ ਉਹਦੇ ਕੋਲ ਰਹੋ ਤਾਂ ਆ ਕੇ ਤੁਹਾਨੂੰ ਬੱਕਰੀ ਦੀ ਨੇਚਰ ਦਾ ਤਾਂ ਪਤਾ ਲੱਗੇ ਨਾ ਕਿ ਬੱਕਰੀ ਦੇ ਵਿੱਚ ਕਿਹੜੇ ਸਿੰਪਟਮ ਆਉਂਦੇ ਨੇ ਜਿਨ੍ਹਾਂ ਦੇ ਨਾਲ ਉਹ ਜਨਾਬ ਉਸ ਟਾਈਮ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਠੀਕ ਹੈ। ਦੂਸਰੇ ਨੰਬਰ ਤੇ ਸਭ ਤੋਂ ਵੱਡੀ ਗਲਤੀ ਜਿਹੜੀ ਦੂਸਰੀ ਹੈ ਉਹ ਇਹ ਵੇ ਕਿ ਬਰੀਡ ਦਾ ਇੰਤਖਾਬ ਕਰਨਾ, ਨਸਲ ਜਿਹੜੀ ਲੈ ਕੇ ਆਣੀ ਹੈ। ਅਕਸਰ ਭਰਾ ਕੀ ਕਰਦੇ ਨੇ, ਨੈਟ ਤੇ YouTube ਤੇ ਵਗੈਰਾ ਤੇ ਅੱਗੇ ਪਿੱਛੇ ਵੀਡੀਓ ਦੇਖੀਆਂ ਜੀ, ਇਹ ਪੀਤਲ ਹੈ, ਗੁਲਾਬੀ ਹੈ, ਨਾਗਰੀ ਹੈ, ਮੱਖੀ ਚੀਨੀ ਹੈ, ਇਹਨਾਂ 'ਚ ਇੰਨਾ ਮੁਨਾਫਾ, ਇਹਨਾਂ 'ਚ ਇੰਨਾ ਮੁਨਾਫਾ, ਉਹ ਚੁੱਕ ਕੇ ਲੈ ਆਉਣੀ ਹੈ। ਇਹ ਦੇਖਣਾ ਹੀ ਨਹੀਂ ਕਿ ਸਾਡਾ ਇਲਾਕਾ ਕਿਹੜਾ ਹੈ, ਸਾਡੇ ਇਲਾਕੇ ਦਾ ਮਾਹੌਲ ਕਿਹੜਾ ਹੈ, ਇਹਦੇ 'ਚ ਕਿਹੜੀ ਨਸਲ ਸਰਵਾਈਵ ਕਰ ਸਕਦੀ ਹੈ। ਉਸ ਚੀਜ਼ ਵੱਲ ਤਵੱਜੋ ਹੀ ਕਿਸੇ ਨਹੀਂ ਦੇਣੀ ਹੈ, ਕਿਉਂਕਿ ਪਤਾ ਹੀ ਨਹੀਂ ਇਸ ਚੀਜ਼ ਦਾ। ਇਸ ਲਈ ਬੱਕਰੀਆਂ ਲਿਆਉਣ ਤੋਂ ਪਹਿਲਾਂ ਤੁਸੀਂ ਅਗਰ ਫਾਰਮਿੰਗ ਕਰਨੀ ਹੈ ਤਾਂ ਪਹਿਲੇ ਆਪਣੇ ਸੱਜੇ ਖੱਬੇ ਦਾएं ਬਾएं ਆਪਣੇ ਇਲਾਕੇ ਦਾ ਮਾਹੌਲ ਚੈੱਕ ਕਰੋ, ਵੇਖੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਨਸਲ ਆਲਰੇਡੀ ਚੱਲ ਰਹੀ ਹੈ, ਸਰਵਾਈਵ ਕਰ ਰਹੀ ਹੈ। ਉਹਦੇ ਮੁਤਾਬਕ ਜਿਹੜਾ ਨਾ ਤੁਸੀਂ ਅੱਗੋਂ ਆਪਣੇ ਬਰੀਡਿੰਗ ਸਟਾਰਟ ਕਰੋ, ਆਪਣੀ ਫਾਰਮਿੰਗ ਸਟਾਰਟ ਕਰੋ ਔਰ ਉਂਝ ਦੀ ਹੀ ਨਸਲ ਤੁਸੀਂ ਲੈ ਕੇ ਆਓ। ਕਿਉਂਕਿ ਅਗਰ ਤੁਸੀਂ ਨੈਟ ਵੱਲ ਵੇਖ ਕੇ ਤੇ ਜਨਾਬ ਡਿਫਰੈਂਟ ਨਸਲਾਂ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਦੱਸੀਆਂ ਜਾਂਦੀਆਂ ਜੀ, ਇਹਦੇ 'ਚ ਇੰਨਾ ਮੁਨਾਫਾ ਹੈ, ਇੰਝ ਉਹ ਨਸਲ ਕੋਈ ਚੁੱਕ ਕੇ ਲੈ ਆਓਗੇ ਤਾਂ ਉਹ ਤੁਹਾਡੇ ਅਗਰ ਇਲਾਕੇ ਦੇ ਇਨਵਾਇਰਨਮੈਂਟ ਦੇ ਮੁਤਾਬਕ ਸਰਵਾਈਵ ਨਹੀਂ ਕਰ ਸਕਦੀ ਤੇ ਫਿਰ ਤੁਸੀਂ ਮੁਨਾਫੇ ਦੀ ਜਗ੍ਹਾ ਜਨਾਬ ਜਿਹੜਾ ਨਾ ਡਾਕਟਰ ਦੇ ਹਰਾਜਾਤ ਹੀ ਪੂਰੇ ਕਰੋਗੇ। ਇਸ ਲਈ ਇਸ ਚੀਜ਼ ਦਾ ਮਾਲੂਮਾਤ ਹੋਣਾ ਬਹੁਤ ਜ਼ਰੂਰੀ ਹੈ। ਤੀਸਰੇ ਨੰਬਰ ਤੇ ਮੇਨ ਗਲਤੀ ਜਿਹੜੀ ਕਰਦੇ ਨੇ, ਤੀਸਰੀ ਗਲਤੀ ਫਾਰਮਰ ਭਰਾ, ਉਹ ਇਹ ਹੁੰਦੀ ਏ ਕਿ ਚਾਰੇ ਦਾ ਬੰਦੋਬਸਤ ਕਰਨਾ। ਬੱਕਰੀ ਫਾਰਮਿੰਗ ਦੇ ਵਿੱਚ ਵੀਰੋ 70% ਹਰਾਜਾਤ ਜਿਹੜੇ ਨੇ ਉਹ ਚਾਰੇ ਦੇ ਆਉਂਦੇ ਨੇ, ਕਿਉਂਕਿ ਅਗਰ ਤੇ ਤੁਸੀਂ ਬੱਕਰੀ ਫਾਰਮ ਕਰਦੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਨੂੰ ਸਸਤਾ ਔਰ ਮਿਆਰੀ ਚਾਰਾ ਮਿਲ ਸਕਦਾ, ਉਹਦਾ ਬੰਦੋਬਸਤ ਤੁਸੀਂ ਕਰ ਸਕਦੇ ਹੋ ਤੇ ਫਿਰ ਤੁਸੀਂ ਇੱਕ ਅੱਛਾ ਮੁਨਾਫਾ ਕਮਾ ਸਕਦੇ ਹੋ। ਲੇਕਿਨ ਅਗਰ ਤੁਸੀਂ ਬੱਕਰੀਆਂ ਲੈਣੀਆਂ ਔਰ ਤੁਸੀਂ ਡਿਪੈਂਡ ਹੋ ਮਾਰਕੀਟ ਤੇ ਮਾਰਕੀਟ ਤੋਂ ਜਿਹੜਾ ਤੁਹਾਨੂੰ ਦਾਣਾ ਦੂਣਾ ਜੋ ਮਿਲਣਾ ਉਹ ਹੀ ਤੁਹਾਨੂੰ ਲੈ ਕੇ ਪਾਉਣਾ ਹੈ ਤੇ ਫਿਰ ਤੁਹਾਨੂੰ ਉਹਦੇ 'ਚ ਕੋਈ ਐਡੀ ਹੱਥ ਬਚਤ ਨਹੀਂ ਹੋਣੀ। ਔਰ ਦੂਸਰੇ ਨੰਬਰ ਤੇ ਜਦੋਂ ਤੁਸੀਂ ਬੱਕਰੀਆਂ ਲਿਆਉਣੀਆਂ, ਬੱਕਰੀਆਂ ਲਿਆਉਣ ਤੋਂ ਪਹਿਲਾਂ ਕਮ ਸੇ ਕਮ ਜਿਹੜਾ ਤੁਸੀਂ ਆਪਣਾ ਫਾਰਮ ਬਣਾਇਆ ਉਹਦੇ ਵਿੱਚ ਇੱਕ ਐਸਾ ਤੁਸੀਂ ਸਟੋਰ ਬਣਾਓ ਜਿਹਦੇ ਵਿੱਚ ਤੁਸੀਂ ਆਲਰੇਡੀ ਬੱਕਰੀ ਵਾਸਤੇ ਬੱਕਰੀਆਂ ਲਿਆਉਣ ਤੋਂ ਪਹਿਲਾਂ ਹੀ ਇੱਕ ਚਾਰਾ ਬਰਾਬਰ ਸਸਤਾ ਢੂੰਡ ਕੇ ਉਹਦੇ 'ਚ ਸਟੋਰ ਕੀਤਾ ਹੋਏ ਤੁਸੀਂ, ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਬਣੇ। ਬੱਕਰੀਆਂ ਲਿਆ ਕੇ ਬੰਨ੍ਹ ਕੇ ਚਾਰੇ ਦਾ ਬੰਦੋਬਸਤ ਕਰੋਗੇ ਤੇ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਇਹ ਚੀਜ਼ ਹਮੇਸ਼ਾ ਜ਼ਿਹਨ 'ਚ ਰੱਖੋ। ਚੌਥੇ ਨੰਬਰ ਤੇ ਜਿਹੜੀ ਗਲਤੀ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਹੈਲਥ ਔਰ ਵੈਕਸੀਨੇਸ਼ਨ। ਨਵਾਂ ਫਾਰਮਰ ਭਰਾ ਜਿਹੜਾ ਹੁੰਦਾ ਹੈ ਉਹ ਕੀ ਕਰਦਾ ਹੈ ਕਿ ਵੇਟ ਕਰਦਾ ਰਹਿੰਦਾ ਹੈ ਕਿ ਜਾਨਵਰ ਬਿਮਾਰ ਹੋਏਗਾ ਤੇ ਫਿਰ ਉਹਨੂੰ ਵੈਕਸੀਨ ਕਰਾਵਾਂਗੇ। ਹਾਲਾਂਕਿ ਇੰਝ ਬਿਲਕੁਲ ਵੀ ਨਹੀਂ ਜੇ ਹੁੰਦਾ, ਕਿਉਂਕਿ ਸਿਆਣੇ ਕਹਿੰਦੇ ਨੇ ਨਾ ਕਿ ਦੁਆ ਨਾਲੋਂ ਇhtiyat ਜ਼ਰੂਰੀ ਹੈ, ਇਲਾਜ ਕਰਨ ਨਾਲੋਂ ਇhtiyat ਕਰ ਲਓ ਉਹ ਬਿਹਤਰ ਹੈ। ਔਰ ਫਿਰ ਇਹ ਜਾਨਵਰ ਐਸਾ ਹੈ ਕਿ ਜਿੰਨਾ ਖੂਬਸੂਰਤ ਹੋਣਾ ਅਹਿਸਾਸ ਵੀ ਹੈ।
ਇਹ ਅਗਰ ਇੱਕ ਦਫਾ ਬਿਮਾਰ ਹੋ ਜੇ ਤੈਨੂੰ ਸਾਹਮਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਬਿਹਤਰ ਇਹ ਹੁੰਦਾ ਹੈ ਕਿ ਤੁਸੀਂ ਲੈ ਆਇਓ ਬੱਕਰੀਆਂ, ਲਿਆ ਕੇ ਤੁਸੀਂ ਵਡੀਕੋ ਨਾ ਉਹਨੂੰ ਬਿਮਾਰ ਹੋਣ ਤੋਂ, ਉਹਨੂੰ ਪ੍ਰੋਪਰ ਜਿਹੜਾ 2-3 ਮਾਹ ਉਹਦੀ ਡਿਵਰਮਿੰਗ ਕਰਦੇ ਰਹੋ ਤਾਂ ਕਿ ਉਹਦੇ ਪੇਟ ਸਾਫ ਰਹੇ, ਕੀੜੇ ਵਗੈਰਾ ਖਤਮ ਹੁੰਦੇ ਰਹਿਣ। ਦੂਸਰੇ ਨੰਬਰ ਤੇ ਜਿਹੜਾ ਮੌਸਮੀ ਬਿਮਾਰੀਆਂ ਦਾ ਜਿਹੜਾ ਚਾਰਟ ਹੈ ਵੈਕਸੀਨੇਸ਼ਨ ਦਾ, ਉਹਨੂੰ ਫਾਲੋ ਕਰੋ ਪ੍ਰੋਪਰ, ਉਹ ਚਾਰਟ ਕੋਲ ਰੱਖੋ, ਰੱਖ ਕੇ ਉਹਦੇ ਮੁਤਾਬਕ ਵੈਕਸੀਨੇਸ਼ਨ ਕਰਦੇ ਰਹੋ ਤਾਂ ਕਿ ਤੁਹਾਡਾ ਜਾਨਵਰ ਬਿਮਾਰੀ ਵੱਲ ਆਏ ਹੀ ਨਾ। ਬਿਮਾਰ ਹੋਣ ਤੋਂ ਪਹਿਲਾਂ ਹੀ ਉਹਦੀ ਇhtiyat ਪੂਰੀ ਕਰੋ, ਫਿਰ ਤੁਸੀਂ ਕਾਮਯਾਬ ਹੋ ਸਕਦੇ। ਅਗਰ ਤੁਸੀਂ ਇਹ ਨਹੀਂ ਕਰਦੇ ਚਾਰਟ ਨੂੰ ਫਾਲੋ ਔਰ ਬਿਮਾਰ ਹੋਣ ਦੀ ਉਡੀਕ ਕਰਦੇ ਰਹਿੰਦੇ ਹੋ ਜਾਨਵਰ ਦੀ, ਤੇ ਫਿਰ ਤੁਸੀਂ ਸਿਰਫ ਡਾਕਟਰ ਦੇ ਹਰਾਜਾਤੀ ਪੂਰੇ ਕਰਨੇ ਨੇ, ਡਾਕਟਰ ਦੀਆਂ ਦਵਾਈਆਂ ਹੀ ਪੂਰੀਆਂ ਕਰਨੀਆਂ। ਤੁਸੀਂ ਕਦੇ ਵੀ ਮੁਨਾਫਾ ਨਹੀਂ ਕਮਾਉਣਾ ਇਹਦੇ 'ਚ, ਤੁਸੀਂ ਪਰੇਸ਼ਾਨ ਹੋ ਕੇ ਅੱਗੇ ਛੱਡ ਦੇਣਾ। ਪੰਜਵੀਂ ਸਭ ਤੋਂ ਅਹਿਮ ਔਰ ਮੇਨ ਗਲਤੀ ਜਿਹੜੀ ਨਵੇਂ ਭਰਾ ਕਰਦੇ ਨੇ ਉਹ ਇਹ ਹੁੰਦੀ ਏ ਕਿ ਵੱਡੇ ਲੈਵਲ ਤੇ ਸਟਾਰਟ 'ਚ ਹੀ ਵੱਡੇ ਲੈਵਲ ਤੇ ਵੱਡਾ ਮੁਨਾਫਾ ਵੇਖ ਕੇ ਵੱਡੇ ਲੈਵਲ ਤੇ ਸ਼ੁਰੂ ਕਰ ਦੇਣਾ। 50-100 ਬੱਕਰੀ ਲੈ ਆਉਣੀ ਇਕੱਠੀ, ਲਿਆ ਕੇ ਉਹਦੇ ਤੋਂ ਕੰਮ ਸ਼ੁਰੂ ਕਰ ਲੈਣਾ, ਔਰ ਪਤਾ ਨਹੀਂ ਜਨਾਬ ਉਹ 50-100 ਨੂੰ ਕੈਰੀ ਕਿੰਝ ਕਰਨਾ, ਉਹਨਾਂ ਨੂੰ ਉਹਨਾਂ ਦੀ ਰੂਟੀਨ ਕੀ ਰੱਖਣੀ ਹੈ, ਕਿੰਨਾ ਕਿਸ ਜਾਨਵਰ ਨੂੰ ਕਿੰਨਾ ਚਾਰਾ ਪਾਉਣਾ ਹੈ, ਕਿਸ ਟਾਈਮਿੰਗ 'ਚ ਪਾਉਣਾ ਹੈ, ਕੀ ਰੂਟੀਨ ਕੋਈ ਪਤਾ ਨਹੀਂ, ਬਸ ਸਟਾਰਟਿੰਗ 'ਚ ਵੱਡੀ ਇਨਵੈਸਟਮੈਂਟ ਕਰ ਦਿੱਤੀ ਹੈ। ਇਹ ਬਹੁਤ ਵੱਡੀ ਗਲਤੀ ਹੁੰਦੀ ਹੈ। ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਸਟਾਰਟ ਕਰਨਾ ਹੈ, ਹਮੇਸ਼ਾ 5 ਤੋਂ 10 ਬੱਕਰੀਆਂ ਤੋਂ ਸਟਾਰਟ ਕਰਨਾ, ਇਸ ਤੋਂ ਜ਼ਿਆਦਾ ਬੱਕਰੀਆਂ ਨਹੀਂ ਲੈ ਕੇ ਆਉਣੀਆਂ। ਬੇਸ਼ੱਕ ਜਿੰਨੀ ਮਰਜ਼ੀ ਵੀ ਤੁਹਾਡੇ ਕੋਲ ਇਨਵੈਸਟਮੈਂਟ ਹੈ, ਜਿੰਨਾ ਮਰਜ਼ੀ ਵੀ ਤੁਹਾਡੇ ਕੋਲ ਹਰਾਜਾਤ ਨੇ, ਫਾਰਮ ਜਿਹੜਾ ਮਰਜ਼ੀ ਵੱਡਾ ਤੁਸੀਂ ਤਿਆਰ ਕੀਤਾ, ਲੇਕਿਨ ਸਟਾਰਟ 'ਚ ਹਮੇਸ਼ਾ 5 ਤੋਂ 10 ਬੱਕਰੀਆਂ ਤੋਂ ਸਟਾਰਟ ਕਰੋ, ਔਰ ਕਮ ਅਜ਼ ਕਮ ਉਹਨਾਂ ਨੂੰ 1 ਸਾਲ ਤੱਕ ਉਹ 10 ਬੱਕਰੀਆਂ ਤੁਸੀਂ ਲੈ ਕੇ ਚੱਲੋ ਤਾਂ ਕਿ ਤੁਹਾਨੂੰ ਸਾਰੇ ਮੌਸਮ ਤੁਸੀਂ ਉਹਨਾਂ ਬੱਕਰੀਆਂ ਤੇ ਵੇਖ ਸਕੋ। ਸਾਲ ਦੇ ਵਿੱਚ ਗਰਮੀ ਵੀ ਆਉਣੀ ਹੈ, ਸਰਦੀ ਵੀ ਆਉਣੀ ਹੈ, ਬਾਰਿਸ਼ਾਂ ਦਾ ਮੌਸਮ ਵੀ ਆਉਣਾ, ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਹਰ ਮੌਸਮ ਦੇ ਮੁਤਾਬਕ ਜਾਨਵਰ ਨੇ ਕਿੰਝ ਸਰਵਾਈਵ ਕਰਨਾ, ਉਹਨੂੰ ਅਸਾਂ ਉਹਦੇ ਕੀ ਪ੍ਰੋਟੋਕੋਲ ਦੇਣੇ ਨੇ ਮੌਸਮ ਦੇ ਮੁਤਾਬਕ ਜਾਨਵਰ ਦੇ। ਜਦੋਂ ਤੁਹਾਡਾ 1 ਸਾਲ ਦਾ ਇਹ ਸਰਕਲ ਪੂਰਾ ਹੋ ਜਾਏ, ਉਹਦੇ ਤੋਂ ਬਾਅਦ ਬੇਸ਼ੱਕ ਤੁਸੀਂ ਅਗਰ ਚਾਹੋ ਤੇ ਇਨਵੈਸਟਮੈਂਟ ਮਜ਼ੀਦ ਵਧਾਓ, ਜਾਨਵਰ ਮਜ਼ੀਦ ਵਧਾਓ। ਉਹਦਾ ਕੀ ਬੈਨੀਫਿਟ ਹੋਏਗਾ ਕਿ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਹੋ ਗਿਆ ਹੋਏਗਾ, ਤੁਸੀਂ ਜਾਨਵਰ ਦੀ ਨੇਚਰ ਨੂੰ ਸਮਝ ਗਏ ਹੋਵੋਗੇ, ਉਹਦੇ ਮੁਤਾਬਕ ਹਰ ਮੌਸਮ ਦੇ ਮੁਤਾਬਕ ਉਹਨੂੰ ਤੁਸੀਂ ਉਹਦੇ ਪੂਰੇ ਪ੍ਰੋਟੋਕੋਲ ਦੇ ਸਕੋਗੇ, ਔਰ ਇਨਸ਼ਾਅੱਲਾ ਅਗਰ ਤੁਸੀਂ ਇੰਝ ਕਰੋਗੇ ਤਾਂ ਕਾਮਯਾਬ ਹੋਗੇ। ਇਹ 5 ਮੇਨ ਐਸੀਆਂ ਗਲਤੀਆਂ ਨੇ ਜਿਹੜੇ ਅਕਸਰ ਸਾਡੇ ਫਾਰਮਰ ਭਰਾ ਫਾਲੋ ਨਹੀਂ ਕਰਦੇ, ਔਰ ਜਨਾਬ ਉਹ ਆਪਣੇ ਪੈਸੇ ਲਾ ਕੇ ਜ਼ਾਇਆ ਕਰਕੇ ਬਹਿ ਜਾਂਦੇ ਨੇ, ਫਿਰ ਨੈਟ ਤੇ ਆ ਕੇ ਆਖਦੇ ਹੁੰਦੇ ਨੇ ਇਹ ਸਭ ਨੈਟ ਦੀਆਂ ਗੱਲਾਂ ਨੇ, ਇਹਦੇ 'ਚ ਕਿਸੇ ਕਿਸਮ ਦਾ ਕੋਈ ਫਾਇਦਾ ਨਹੀਂ, ਘਾਟਾ ਹੈ। ਘਾਟਾ ਸਿਰਫ ਉਹਨਾਂ ਵਾਸਤੇ ਵੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਭਰਾਓ। ਵਰਨਾ ਬੜਾ ਮਜ਼ੇ ਵਾਲਾ ਬਿਜ਼ਨਸ ਜੇ, ਬੜਾ ਮਜ਼ਾ ਆਉਂਦਾ ਹੈ, ਬੜਾ ਵੱਡੇ ਲੈਵਲ ਦੀ ਪ੍ਰੋਫਿਟ ਵੀ ਹੈ ਇਹਦੇ ਵਿੱਚ, ਠੀਕ ਹੈ, ਔਰ ਗਰੋ ਵੀ ਬੜੀ ਜਲਦੀ ਹੁੰਦਾ ਹੈ। ਲੇਕਿਨ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਪਹਿਲੇ ਸਿੱਖੋ ਤੇ ਫਿਰ ਕਰੋ। ਇਹ ਨਹੀਂ ਕਿ ਨੈਟ ਤੋਂ ਵੇਖਿਆ ਤੇ ਲਿਆ ਕੇ ਕਰਨਾ ਸ਼ੁਰੂ ਕਰ ਦਿੱਤਾ, ਬੱਕਰੀਆਂ ਬੰਦੀਆਂ ਨਾ ਪੱਠੇ ਹੀ ਖਾਣੇ ਨੇ ਨਾ ਅਗੜਾ ਹੋਰ ਕੁਛ ਕਰਨਾ, ਇੰਜ ਨਹੀਂ ਹੁੰਦਾ। ਐਂਡ ਤੇ ਹੁਣ ਇਹ ਹੀ ਹੈ ਕਿ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ, ਕੋਈ ਸਿੱਖਣ ਨੂੰ ਲੱਭਾ ਹੈ, ਤੇ ਕਮੈਂਟ 'ਚ ਆ ਕੇ ਜ਼ਰੂਰ ਦੱਸਿਓ ਕੀ ਸਿੱਖਿਆ ਜੇ, ਔਰ ਦੂਸਰੇ ਇਹ ਦੱਸਣਾ ਲਾਜ਼ਮੀ ਕਿ ਤੁਹਾਡੇ ਇਲਾਕੇ ਦੇ ਮੁਤਾਬਕ ਕਿਹੜੀ ਬਰੀਡ ਹੈ ਜਿਹਦੇ ਤੇ ਤੁਸੀਂ ਕੰਮ ਕਰਨਾ ਪਸੰਦ ਕਰੋਗੇ। ਔਰ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਔਰ ਵੀਡੀਓ ਦੂਜੇ ਭਰਾਵਾਂ ਤੱਕ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਨੌਲੇਜ ਆ ਸਕੇ, ਔਰ ਉਹ ਭਰਾ ਵੀ ਆਪਣਾ ਨੁਕਸਾਨ ਕਰਨ ਤੋਂ ਬਚ ਸਕਣ।